ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਕਿਸੇ ਟਾਈਮ ਸ਼ਾਹ ਰਿਹਾ ਬੰਦਾ ਤੇ ਉਹਦੀ ਗਾਹ ਜਿਹੜੀ ਤੀਜੀ ਪੀੜ੍ਹੀ ਆ ਜਾਂ ਚੌਥੀ ਪੀੜ੍ਹੀ ਆ ਉਸ ਹਾਲਾਤਾਂ ਦੇ ਵਿੱਚ ਨਹੀਂ ਹੈਗੀ ਤੇ ਇੱਥੋਂ ਮਤਲਬ ਸਾਨੂੰ ਬਿਲਕੁਲ ਸਾਫ਼ ਹੋ ਜਾਣਾ ਚਾਹੀਦਾ ਵੀ ਇਹ ਜ਼ਰੂਰੀ ਨਹੀਂ ਵੀ ਜੇ ਤੁਸੀਂ ਆਪਦਾ ਢਿੱਡ ਬੰਨ੍ਹ ਕੇ ਕਮਾਈਆਂ ਕਰਦੇ ਰਹੇ ਤਾਂ ਉਹ ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਤੱਕ ਚੱਲਦੀਆਂ ਰਹਿਣਗੀਆਂ, ਹੈ ਨਾ। ਪਹਿਲੀ ਗੱਲ ਤਾਂ ਜੇ ਤੁਸੀਂ ਕੁਦਰਤ 'ਤੇ ਭਰੋਸਾ ਕਰਦੇ ਹੋ, ਤੁਹਾਨੂੰ ਰੱਬ ਨੇ ਇੰਨਾ ਜ਼ਿਆਦਾ ਇਖਤਿਆਰ ਨਹੀਂ ਦਿੱਤਾ ਹੋਇਆ ਵੀ ਮੈਂ ਕਹਾਂ ਕਿ ਮੈਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਸੈਟਲ ਕਰ ਦੂੰ, ਹੈ ਨਾ। ਇਹ ਚੀਜ਼ ਨਹੀਂ ਹੈਗੀ। ਪਰ ਆਪਣੇ ਬਹੁਤੇ ਸੱਚੀ ਇੱਦਾਂ ਹੀ ਕਰਦੇ ਨੇਗੇ ਕਿ ਸਾਰੀ ਜ਼ਿੰਦਗੀ ਲੰਘਾ ਦਿੰਦੇ ਨੇ, ਹੈ ਨਾ, ਵੀ ਆ ਵੀ ਬਣ ਜੇ ਉਹ ਵੀ ਬਣ ਜੇ, ਨਿਆਣੇ ਸੌਖੇ ਹੋ ਜਾਣ, ਮੂਹਰਲਿਆਂ ਨੂੰ ਕੁਛ ਕਰਨਾ ਨਾ ਪਵੇ ਜਾਂ ਉਹਨਾਂ ਨੂੰ ਤੰਗ ਨਾ ਹੋਣਾ ਪਵੇ, ਉਹਨਾਂ ਦੇ ਲਈ ਹੀ ਜੋੜ ਕੇ ਰੱਖੀ ਜਾਂਦੇ ਨੇਗੇ। ਸਾਨੂੰ ਇਹ ਹੈ ਕਿ ਨਹੀਂ, ਜੇ ਮੈਂ 1000 ਰੁਪਏ ਦੀ ਜੁੱਤੀ ਪਾਉਣੀ ਆ ਮੈਂ 500 ਦੀ ਪਾ ਲਾਂ, 500 ਮੈਂ ਆਪਦੇ ਨਿਆਣੇ ਦੇ ਫਿਊਚਰ ਲਈ ਰੱਖ ਲਾਂ, ਹੈ ਨਾ। ਮੰਮੀ ਹੁਣੇ ਦੱਸਦੇ ਹੁੰਦੇ ਆ ਵੀ ਉਹ ਨਾ ਨੂਣ ਨਾਲ ਵੀ ਰੋਟੀ ਖਾਂਦੇ ਰਹੇ। ਜੇ ਕਿਤੇ ਉਹਨਾਂ ਨੇ ਬਾਹਰ ਕਿਤੇ ਕੰਮ ਵੀ ਜਾਣਾ ਤਾਂ ਉਹਨਾਂ ਨੇ ਘਰੋਂ ਹੀ ਖਾ ਪੀ ਕੇ ਜਾਣਾ ਤੇ ਵਾਪਸ ਆ ਕੇ ਘਰੇ ਹੀ ਖਾਣਾ ਪੀਣਾ ਤਾਂ ਕਿ ਉਹਨਾਂ ਨੂੰ ਚਾਹ ਦਾ ਕੱਪ ਵੀ ਬਾਹਰ ਨਾ ਪੀਣਾ ਪਵੇ। ਉਹ ਮਤਲਬ ਇੰਨਾ ਉਹਨਾਂ ਨੇ ਪੈਸਾ ਬਚਾਇਆ। ਅੱਜ ਤੁਸੀਂ ਬੱਚਿਆਂ ਨੂੰ ਇੱਕ FD ਬਣਾ ਰਹੇ ਹੋ ਕਿ ਕੱਲ੍ਹ ਨੂੰ ਮੈਨੂੰ ਇਹਦੇ ਤੋਂ ਵਾਪਸ ਰੈਂਟ ਆਊਗਾ, ਵਿਆਜ ਆਊਗਾ, ਹੈ ਨਾ। ਉਹ ਤੁਸੀਂ ਚੀਜ਼ ਕਰੋ ਹੀ ਨਾ। ਇੱਕ ਆਪਣੇ ਇਹ ਵੀ ਕਹਿ ਦਿੰਦੇ ਹੁੰਦੇ ਨੇ ਵੀ ਜਦੋਂ ਨਾ ਤੁਹਾਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਜਾਂਦਾ ਵਾ ਤਾਂ ਤੁਸੀਂ ਉਹਦੀ ਵੈਲਿਊ ਬਹੁਤ ਘੱਟ ਕਰਦੇ ਹੋ, ਤੁਸੀਂ ਕਦਰ ਨਹੀਂ ਕਰਦੇ ਹੈਗੇ, ਹੈ ਨਾ। ਵੀ ਜੇ ਸਾਡੇ ਮਤਲਬ ਪਾਪਾ ਹੁਣੀ, ਹੈ ਨਾ, ਸਾਨੂੰ ਇੰਨਾ ਕੁਝ ਬਣਾ ਕੇ ਦੇ ਰਹੇ ਨੇ ਤਾਂ ਅਸੀਂ ਉਹਦੇ 'ਚ ਇੱਕ ਚੀਜ਼ ਜੋੜੀਏ, ਹੈ ਨਾ। ਪਰ ਜੇ ਮੈਂ ਉਹ ਸੋਚਾਂ ਵੀ ਜੋੜਨੀ ਮੈਂ ਸਿਰਫ ਆਪਦੇ ਬੱਚਿਆਂ ਕਰਕੇ ਆ, ਹੈ ਨਾ, ਤੇ ਫਿਰ ਮੈਂ ਉਸ ਜ਼ਿੰਦਗੀ 'ਚੋਂ ਆਪਣੇ ਆਪ ਨੂੰ ਐਬਸੈਂਟ ਕੀਤਾ। ਹਾਂ, ਜਿੱਥੇ ਮਾਂ-ਬਾਪ ਦਾ ਫਰਜ਼ ਹੁੰਦਾ ਵਾ ਆਪਾਂ ਉੱਥੇ ਪਿੱਛੇ ਵੀ ਨਹੀਂ ਹਟ ਸਕਦੇ। ਜਿੱਥੇ ਆਪਾਂ ਨੂੰ ਵੀ ਕਿਤੇ ਦਿੱਕਤ ਆਉਂਦੀ ਹੈ ਤਾਂ ਆਪਣੇ ਮਾਂ-ਬਾਪ ਸਭ ਤੋਂ ਪਹਿਲਾਂ ਆ ਕੇ ਉੱਥੇ ਮੂਹਰੇ ਖੜੇ ਹੋ ਜਾਂਦੇ ਨੇ, ਹੈ ਨਾ, ਵੀ ਸਾਡਾ ਬੱਚਾ ਇਸ ਟਾਈਮ ਮੁਸ਼ਕਿਲ ਦੇ ਵਿੱਚ। ਹੁਣ 2 ਮੁਲਕਾਂ 'ਚ ਜੰਗ ਲੱਗੀ, ਕਿੰਨੇ ਲੋਕਾਂ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਇਆ ਹੋਊਗਾ, ਹੈ ਨਾ। ਕਿੰਨੇ ਲੋਕਾਂ ਨੇ ਸਾਲ ਦਰ ਸਾਲ ਮਿਹਨਤ ਕੀਤੀ ਤੇ ਕੁਦਰਤ ਨੇ ਉਹਨੂੰ ਮਿੰਟ 'ਚ ਮਿੱਟੀ ਕਰਤਾ ਉਸ ਚੀਜ਼ ਨੂੰ, ਹੈ ਨਾ। ਹੁਣ ਜੇ ਅਸੀਂ ਕਹੀਏ ਸਾਡੇ ਦਾਦੇ ਉਹਨਾਂ ਨੇ ਤਾਂ ਬਹੁਤ ਮਿਹਨਤ ਕੀਤੀ ਸੀ, ਬਿੱਗਿਆਂ ਤੋਂ ਕਿੱਲਿਆਂ 'ਚ ਜ਼ਮੀਨਾਂ ਲੈ ਕੇ ਆਉਣੀਆਂ ਸੌਖੀ ਗੱਲ ਨਹੀਂ ਹੁੰਦੀ। ਇਹਦਾ ਮਤਲਬ ਤਾਂ ਫਿਰ ਸਾਡੀ ਪੀੜ੍ਹੀ ਨੂੰ ਤਾਂ ਕੰਮ ਕਰਨ ਦੀ ਲੋੜ ਹੀ ਕੋਈ ਨਹੀਂ ਸੀਗੀ। ਕਿਸੇ ਤੇ 2 ਮੁੰਡੇ ਹੋ ਗਏ, ਉਹ ਸੋਚ ਲੈਂਦਾ ਮੇਰੇ ਕੋਲ ਹੁਣ 10 ਕਿੱਲੇ ਨੇ ਤਾਂ 5 ਹੋ ਗਏ, ਹੁਣ ਮੈਂ 20 ਬਣਾ ਲਾਂ, ਹੈ ਨਾ। ਜੇ ਕਿਸੇ ਦੇ 1 ਮੁੰਡਾ 1 ਕੁੜੀ ਹੋ ਗਿਆ, ਉਹਨੂੰ ਫਿਕਰ ਪੈ ਜਾਂਦਾ ਵੀ ਨਹੀਂ, ਕੁੜੀ ਦੇ ਵਿਆਹ ਤੇ ਇੰਨਾ ਪੈਸਾ ਲੱਗੂ, ਮੈਂ ਹੁਣੇ ਜੋੜਨਾ ਸ਼ੁਰੂ ਕਰ ਲਾਂ, ਹੈ ਨਾ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹੋ ਗਏ ਹਾਂ। ਕਹਿੰਦੇ ਹੁੰਦੇ ਨੇ ਵੀ ਜਿਵੇਂ ਕਿਸੇ ਦੇ ਕੋਈ 1 ਬੱਚਾ ਹੋ ਗਿਆ ਜਾਂ 2 ਬੱਚੇ ਹੋ ਗਏ ਤਾਂ ਉਹ ਤੀਜੇ ਵਾਰੀ ਜ਼ਰੂਰ ਸੋਚਦੇ ਨੇ। ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਕੋਲੇ ਵਿੱਤੀ ਸਾਧਨਾਂ ਦੀ ਘਾਟ ਆ ਜਾਂ ਅੱਜ ਦੇ ਸਮੇਂ 'ਚ ਤਾਂ 2 ਬੱਚੇ ਪਾਲਣੇ ਹੀ ਬਹੁਤ ਔਖੇ ਹੋ ਜਾਂਦੇ ਨੇ। ਤਾਂ ਉਦੋਂ ਜੇ ਕੋਈ ਤੁਹਾਡੇ ਘਰ 'ਚ ਸਿਆਣਾ ਤੁਹਾਡੇ ਆਸ-ਪਾਸ ਹੁੰਦਾ ਤਾਂ ਹਮੇਸ਼ਾ ਤੁਹਾਨੂੰ ਇਹੀ ਸਲਾਹ ਦਿੰਦਾ ਹੈ ਕਿ ਹਰ ਬੱਚਾ ਆਪਣੇ ਕਰਮ ਲਿਖਾ ਕੇ ਲੈ ਕੇ ਆਉਂਦਾ। ਹਰ ਕੋਈ ਆਪਣੇ ਹਿੱਸੇ ਦਾ ਰਿਜ਼ਕ, ਆਪਣੇ ਹਿੱਸੇ ਦੀ ਰੋਟੀ, ਸਾਰਾ ਕੁਝ ਉਹ ਲੈ ਕੇ ਆਉਂਦਾ, ਆਪਦੇ ਕਰਮਾਂ 'ਚ ਲਿਖਾ ਕੇ ਲੈ ਕੇ ਆਉਂਦਾ। ਸੋ ਤੁਹਾਨੂੰ ਜ਼ਿਆਦਾ ਕੁਝ ਸੋਚਣ ਦੀ ਲੋੜ ਨਹੀਂ ਹੈਗੀ। ਅਕਸਰ ਆਪਣੇ ਘਰਾਂ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਮਾਂ-ਬਾਪ ਸਾਰੀ ਜ਼ਿੰਦਗੀ ਬੱਚਿਆਂ ਦੇ ਲਈ ਹੀ ਕਮਾਉਂਦੇ ਰਹਿੰਦੇ ਨੇ। ਉਹਨਾਂ ਨੂੰ ਹੁੰਦਾ ਹੈ ਕਿ ਜਿਸ ਦਿਨ ਤੋਂ ਬੱਚੇ ਦਾ ਖਿਆਲ ਵੀ ਉਹਨਾਂ ਦੇ ਦਿਮਾਗ 'ਚ ਆਉਂਦਾ ਤਾਂ ਉਸ ਦਿਨ ਤੋਂ ਹੀ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਉਹ ਜ਼ਿੰਦਗੀ ਦੇ ਵਿੱਚ ਜੋ ਕਮਾਉਣਗੇ, ਜੋ ਕਰਨਗੇ, ਉਹ ਉਹਨਾਂ ਦੀ ਆਉਣ ਵਾਲੀ ਸੰਤਾਨ ਦੇ ਲਈ ਹੋਵੇਗਾ। ਅਤੇ ਉਹ ਕਰਦੇ ਵੀ ਇਸੇ ਤਰ੍ਹਾਂ ਨੇ। ਬੱਚਿਆਂ ਨੂੰ ਪੜ੍ਹਾਉਂਦੇ ਨੇ, ਲਿਖਾਉਂਦੇ ਨੇ, ਵੱਡਾ ਕਰਦੇ ਨੇ, ਫਿਰ ਉਹਨਾਂ ਦੇ ਵਿਆਹ ਵੀ ਕਰ ਦਿੰਦੇ ਨੇ। ਫਿਰ ਉਹ ਗਾਹਾਂ ਇਹ ਵੀ ਦੇਖਦੇ ਨੇ ਵੀ ਸਾਡੇ ਧੀ ਪੁੱਤ ਆਪਣੇ ਆਪਣੇ ਕੰਮਾਂ ਕਾਰਾਂ 'ਤੇ ਸੈੱਟ ਵੀ ਹੋ ਜਾਣ। ਜੇ ਕਿਸੇ ਨੇ ਕੋਈ ਬਿਜ਼ਨਸ ਕਰਨਾ ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਹੁੰਦਾ ਕਿ ਜੋ ਸਾਡੇ ਕੋਲ ਜਮ੍ਹਾਂ ਪੂੰਜੀ ਪਈ ਆ ਜਾਂ ਜੋ ਕਿ ਜੇ ਕੋਈ ਨੌਕਰੀ ਕਰਦਾ ਹੁੰਦਾ, ਤੁਹਾਡੀ ਰਿਟਾਇਰਮੈਂਟ ਦਾ ਪੈਸਾ ਪਿਆ ਤਾਂ ਉਹ ਵੀ ਅਸੀਂ ਨਿਆਣਿਆਂ 'ਤੇ ਹੀ ਲਾ ਦਈਏ। ਬਾਹਰਲੇ ਮੁਲਕਾਂ ਦੇ ਵਿੱਚ ਇੱਦਾਂ ਨਹੀਂ ਹੁੰਦਾ। ਮੈਕਸੀਮਮ ਜਿਹੜੇ ਉਹ ਲੋਕ ਨੇਗੇ ਤਾਂ ਉਹ ਜਿਹੜੀ ਆਪਣੀ ਜਮ੍ਹਾਂ ਪੂੰਜੀ ਉਹ ਆਪਣੀ ਜ਼ਿੰਦਗੀ ਦੇ ਲਈ ਬਚਾ ਕੇ ਰੱਖਦੇ ਨੇਗੇ। ਉਹ ਵਾਲੀ ਜ਼ਿੰਦਗੀ ਜਦੋਂ ਉਹ ਆਪਦੇ ਕੰਮਾਂ ਤੋਂ ਰਿਟਾਇਰ ਹੋ ਜਾਂਦੇ ਨੇ ਅਤੇ ਉਹਨਾਂ ਕੋਲ ਪਿਛਲੇ ਸਾਲ ਜਿਹੜੇ ਬਾਕੀ ਬਚ ਜਾਂਦੇ ਨੇ। ਤਾਂ ਅੱਜ ਆਪਾਂ ਇਸੇ ਵਿਸ਼ੇ 'ਤੇ ਗੱਲਬਾਤ ਕਰਾਂਗੇ ਕਿ ਜਦੋਂ ਸਾਨੂੰ ਪਤਾ ਹੈ ਕਿ ਪਰਮਾਤਮਾ ਹਰ ਕਿਸੇ ਨੂੰ ਆਪਦੇ ਹਿੱਸੇ ਦੀ ਰੋਜੀ ਰੋਟੀ ਦੇ ਕੇ ਭੇਜਦਾ, ਆਪਦੇ ਹਿੱਸੇ ਦੇ ਕਰਮ ਉਹਨਾਂ ਦੇ ਲਿਖੇ ਹੋਏ ਹੁੰਦੇ ਨੇ, ਤਾਂ ਫਿਰ ਅਸੀਂ ਕਿਉਂ ਦੂਜਿਆਂ ਦੇ ਹਿੱਸੇ ਦਾ ਕਮਾਉਣ ਲੱਗ ਜਾਂਦੇ ਹਾਂ ਜਾਂ ਦੂਜਿਆਂ ਦੇ ਹਿੱਸੇ ਦਾ ਬਚਾ ਕੇ ਰੱਖਣ ਲੱਗ ਜਾਂਦੇ ਹਾਂ। ਇਸੇ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹਾਜ਼ਰ ਹੋਣਗੇ। ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ। ਕੀ ਹਾਲ ਚਾਲ? ਵਧੀਆ, ਠੀਕ ਹੈ, ਤੁਸੀਂ ਸੁਣਾਓ? ਵਧੀਆ, ਠੀਕ ਆ। ਆਪਾਂ ਗੱਲ ਭਾਵੇਂ ਇਸ ਵਿਸ਼ੇ 'ਤੇ ਕਰਦੇ ਹਾਂ ਪਰ ਮੈਨੂੰ ਤਾਂ ਸੱਚੀ ਆਈ ਹੁੰਦਾ ਵੀ ਮੈਂ ਹਲੇ ਆਪਦੇ ਲਈ ਬਹੁਤ ਕੁਛ ਕਰ
ਮੈਨੂੰ ਲੱਗਦਾ ਹੋਣਾ ਵੀ ਇਹੀ ਚਾਹੀਦਾ ਹੁੰਦਾ ਵਾ। ਪਰ ਜਿਵੇਂ ਆਪਾਂ ਕਹਿੰਦੇ ਵੀ ਆਪਣੇ ਖੂਨ 'ਚ ਕੁਝ ਚੀਜ਼ਾਂ ਹੁੰਦੀਆਂ ਨੇ ਵੀ, ਜਿਵੇਂ ਕਈ ਵਾਰ ਜਦੋਂ ਕਿਤੇ ਸ਼ਾਪਿੰਗ ਸੈਂਟਰ ਜਾਓ, ਕੱਪੜੇ ਆਪਦੇ ਲਈ ਲੈਣ ਜਾਓ, ਤੁਸੀਂ ਬੜ ਨਿਆਣੇ ਵਾਲੇ ਸੈਕਸ਼ਨ 'ਚ ਜਾਂਦੇ ਹੋ, ਹੈ ਨਾ, ਆਪਦੇ ਲਈ ਭਾਵੇਂ ਕੁਝ ਤੁਸੀਂ ਲਓ ਨਾ ਲਓ, ਨਿਆਣਿਆਂ ਦਾ ਲੈ ਕੇ ਮੁੜੇ ਆਉਂਦੇ ਹੋ ਨਾ। ਪਰ ਜਿਹੜਾ ਡੀਪ ਥਾਟ ਆ ਜਾਂ ਇੱਕ ਕਹਿ ਲਓ ਇੱਕ ਸੱਚੀ ਸੋਚ ਹੈਗੀ, ਉਹ ਮੈਨੂੰ ਐ ਹੁੰਦਾ ਵਾ ਵੀ ਨਹੀਂ, ਮੈਂ ਹਲੇ ਆਪਦੇ ਲਈ ਵੀ ਬਹੁਤ ਕੁਝ ਕਰਨਾ। ਜੇ ਮੈਂ ਕਮਾ ਰਹੀ ਹਾਂ ਤਾਂ ਉਹਦਾ ਹਲੇ ਮੈਂ ਆਪਦੇ ਨਿਆਣੇ ਤੇ ਉਹ ਨਹੀਂ ਕਰ ਰਹੀ ਕਿ ਮੈਂ ਤੇਰੇ ਤੇ ਆਸਾਨ ਕਰ ਰਹੀ ਹਾਂ ਨੌਕਰੀ ਕਰਕੇ, ਕਿਉਂਕਿ ਮੈਂ ਤੇਰੇ ਲਈ ਜੋੜ ਰਹੀ ਹਾਂ, ਹੈ ਨਾ। ਪਰ ਆਪਣੇ ਬਹੁਤੇ ਸੱਚੀ ਇਦਾਂ ਹੀ ਕਰਦੇ ਨੇਗੇ ਕਿ ਸਾਰੀ ਜ਼ਿੰਦਗੀ ਲੰਘਾ ਦਿੰਦੇ ਨੇ, ਹੈ ਨਾ, ਵੀ ਆ ਵੀ ਬਣ ਜੇ, ਉਹ ਵੀ ਬਣ ਜੇ, ਨਿਆਣੇ ਸੌਖੇ ਹੋ ਜਾਣ, ਮੂਹਰਲਿਆਂ ਨੂੰ ਕੁਝ ਕਰਨਾ ਨਾ ਪਵੇ ਜਾਂ ਉਹਨਾਂ ਨੂੰ ਤੰਗ ਨਾ ਹੋਣਾ ਪਵੇ, ਉਹਨਾਂ ਦੇ ਲਈ ਹੀ ਜੋੜ ਕੇ ਰੱਖੀ ਜਾਂਦੇ ਨੇਗੇ। ਸੋ ਜਦੋਂ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਵੇਲਾ ਆਉਂਦਾ, ਫਿਰ ਉਹ ਬਹਿ ਕੇ ਪਛਤਾਉਂਦੇ ਨੇ ਵੀ ਇਸ ਤਾਂ ਸਾਰੀ ਜ਼ਿੰਦਗੀ ਧੰਦੀ ਪਿੱਟਦੇ ਰਹੇ। ਹਾਂ ਸਹੀ ਗੱਲ ਹੈ, ਜਿਉਂ ਕਿ ਦੇਖਿਆ ਹੀ ਨਹੀਂ ਹੈਗਾ, ਹੈ ਨਾ। ਸੋ ਇਹਦੇ ਨਾਲ ਛੋਟੀ ਜਿਹੀ ਇੱਕ ਉਦਾਹਰਨ ਆ ਵੀ ਇੱਕ ਪਰਿਵਾਰ ਨੂੰ ਮੈਂ ਜਾਣਦੀ ਹਾਂ ਨਾ, ਤਾਂ ਉਹਨਾਂ ਦੇ ਵਡੇਰਿਆਂ ਨੇ ਕੀ ਕੀਤਾ, ਮੰਮੀ ਹੁਣੇ ਦੱਸਦੇ ਹੁੰਦੇ ਆ ਵੀ ਉਹ ਨਾ ਨੂਣ ਨਾਲ ਵੀ ਰੋਟੀ ਖਾਂਦੇ ਰਹੇ। ਜੇ ਕਿਤੇ ਉਹਨਾਂ ਨੇ ਬਾਹਰ ਕਿਤੇ ਕੰਮ ਵੀ ਜਾਣਾ ਤਾਂ ਉਹਨਾਂ ਨੇ ਘਰੋਂ ਹੀ ਖਾ ਪੀ ਕੇ ਜਾਣਾ ਤੇ ਵਾਪਸ ਆ ਕੇ ਘਰੇ ਹੀ ਖਾਣਾ ਪੀਣਾ, ਤਾਂ ਕਿ ਉਹਨਾਂ ਨੂੰ ਚਾਹ ਦਾ ਕੱਪ ਵੀ ਬਾਹਰ ਨਾ ਪੀਣਾ ਪਵੇ। ਉਹ ਮਤਲਬ ਇੰਨਾ ਉਹਨਾਂ ਨੇ ਪੈਸਾ ਬਚਾਇਆ, ਜੋੜਿਆ ਜਾਂ ਕਹਿ ਲਓ, ਹੈ ਨਾ। ਤਾਂ ਫਿਰ ਕੀ ਹੋਇਆ, ਗਾਹਾਂ ਜਦੋਂ ਮਤਲਬ ਉਹਨਾਂ ਦੇ ਮੁੰਡੇ ਵਿਆਹੇ ਤਾਂ ਉਹਨਾਂ ਦੇ ਗਾਹਾਂ ਜਿਹੜੇ ਜਵਾਕ ਹੋਏ, ਜਿਨ੍ਹਾਂ ਦੇ ਲਈ ਉਹਨਾਂ ਨੂੰ ਸੀਗਾ ਵੀ ਅਸੀਂ ਇਹਨਾਂ ਦੇ ਆਉਣ ਤੋਂ ਪਹਿਲਾਂ ਘਰ-ਬਾਰ ਵੀ ਉਹਨਾਂ ਦੇ ਤਿਆਰ ਸੀ, ਜ਼ਮੀਨਾਂ ਵੀ ਉਹਨਾਂ ਨੇ ਬਣਾ ਕੇ ਰੱਖ ਲਈਆਂ, ਹੈ ਨਾ, ਆਪ ਚਾਹੇ ਉਹਨਾਂ ਨੇ ਤੰਗੀ ਕੱਟੀ, ਤਾਂ ਦੋਏ ਬੱਚੇ ਉਹਨਾਂ ਦੇ ਨਸ਼ੇ 'ਚ ਚਲੇ ਗਏ। ਉਹ ਘਰ ਅੱਜ ਤੋਂ 40 ਸਾਲ ਪਹਿਲਾਂ ਜਿੰਨਾ ਕੁ ਬਣਿਆ ਸੀ ਉਹ ਉਨਾ ਕੀ ਬਣਿਆ ਹੋਇਆ, ਜਿੰਨਾ ਕੁ ਉਹਨਾਂ ਦੀ ਜ਼ਮੀਨ ਸੀਗੀ ਉਹ ਉਨੀ ਕੁ ਹੀ ਆ, ਉਹਦੇ ਘਟ ਗਈ ਹੋਗੀ, ਵਧੀ ਨਹੀਂ ਹੈਗੀ। ਈਵਨ ਇਹ ਹੋਇਆ ਵੀ ਅੱਜ ਦੇ ਟਾਈਮ 'ਚ ਉਹਨਾਂ ਦੇ ਘਰ ਨੂੰ ਰੰਗ ਕਰਾਉਣ ਲਈ ਵੀ ਉਹਨਾਂ ਕੋਲੇ ਪੈਸੇ ਨਹੀਂ ਬਚੇ ਹੈਗੇ। ਕਿਉਂਕਿ ਜਿੰਨਾ ਵੀ ਜਮ੍ਹਾਂ ਉਹਨਾਂ ਦਾ ਕੀਤਾ ਹੋਇਆ ਸੀ ਜਾਂ ਜਿੰਨਾ ਵੀ ਉਹਨਾਂ ਦਾ ਬਣਾਇਆ ਹੋਇਆ ਸੀ, ਉਹ ਸਾਰਾ ਉਹਨਾਂ ਦੇ ਗਾਹਾਂ ਨਿਆਣਿਆਂ ਨੇ ਖਾਣ ਪੀਣ 'ਚ ਉਡਾਤਾ, ਹੈ ਨਾ। ਬਿਲਕੁਲ। ਸੋ ਮੈਨੂੰ ਲੱਗਦਾ ਹੁੰਦਾ ਹੈ ਕਿ ਉਹ ਵੱਡਿਆਂ ਨੂੰ ਦੇਖ ਕੇ ਕਿੰਨੀ ਤਕਲੀਫ ਹੁੰਦੀ ਹੋਊਗੀ ਵੀ ਅਸੀਂ ਤਾਂ ਦੇਖ ਲਾ ਨੂਣ ਭੁੱਕ ਰੋਟੀਆਂ ਖਾਂਦੇ ਰਹੇ ਤੇ ਗਾਹਾਂ ਨਿਆਣਿਆਂ ਨੇ ਉਸ ਚੀਜ਼ ਦੀ ਕਦਰ ਨਹੀਂ ਕੀਤੀ ਹੈਗੀ। ਇੱਕ ਆਪਣੇ ਇਹ ਵੀ ਕਹਿ ਦਿੰਦੇ ਹੁੰਦੇ ਨੇ ਵੀ ਜਦੋਂ ਨਾ ਤੁਹਾਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਜਾਂਦਾ ਵਾ ਤਾਂ ਤੁਸੀਂ ਉਹਦੀ ਵੈਲਿਊ ਬਹੁਤ ਘੱਟ ਕਰਦੇ ਹੋ, ਤੁਸੀਂ ਕਦਰ ਨਹੀਂ ਕਰਦੇ ਹੈਗੇ, ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਹੈ ਕਿ ਨਿਆਣਿਆਂ ਨੂੰ ਇਹ ਬਹੁਤ ਜ਼ਰੂਰੀ ਆ ਵੀ ਚਲੋ ਤੁਸੀਂ ਹਰ ਮਾਂ-ਬਾਪ ਹੀ ਸੋਚਦਾ ਵੀ ਮੇਰੇ ਬੱਚੇ ਦੀ ਜ਼ਿੰਦਗੀ ਥੋੜ੍ਹੀ ਜਿਹੀ ਸੌਖੀ ਹੋਵੇ, ਪਰ ਸੌਖੀ ਕਰਨ ਦੇ ਨਾਲ ਨਾਲ ਮੈਨੂੰ ਲੱਗਦਾ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਵਾ ਵੀ ਜਿਵੇਂ ਮੈਂ ਆਪਦੀ ਜ਼ਿੰਦਗੀ ਦੇ ਸੰਘਰਸ਼ 'ਚੋਂ ਲੰਘਿਆ ਤੇ ਮੈਨੂੰ ਜ਼ਿੰਦਗੀ ਦੇ ਕਿੱਡੇ ਸਬਕ ਮਿਲੇ ਨੇ, ਤਾਂ ਕਿਉਂ ਨਾ ਮੇਰਾ ਬੱਚਾ ਵੀ ਇਸੇ ਸੰਘਰਸ਼ ਤੋਂ ਆਪਦੀ ਜ਼ਿੰਦਗੀ ਦੇ ਸਬਕ ਆਪ ਸਿੱਖੇ, ਹੈ ਨਾ। ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਪਹਿਲੀ ਗੱਲ ਤਾਂ ਗੁਰਦੀਪ ਮੈਨੂੰ ਐਂ ਲੱਗਦਾ ਵੀ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਬੱਚਤ ਹੋਣੀ ਚਾਹੀਦੀ ਆ, ਹੈ ਨਾ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਡਾਕਟਰ ਨਰਿੰਦਰ ਕਪੂਰ ਨੇ ਇੱਕ ਕਿਤਾਬ 'ਚ ਲਿਖਿਆ ਹੋਇਆ ਸੀਗਾ ਕਿ ਜੇ ਤੁਸੀਂ ਮਤਲਬ ਸਾਲ 'ਚ ਤੁਹਾਨੂੰ 12 ਤਨਖਾਹਾਂ ਮਿਲਦੀਆਂ ਨੇ, ਹੈ ਨਾ, ਤਾਂ 4 ਤੁਹਾਡੀ ਬੱਚਤ ਹੋਣੀ ਚਾਹੀਦੀ ਹੈ ਨਾ। ਪਰ ਬੱਚਤ ਕਰਨੀ ਤੇ ਕੰਜੂਸੀ ਕਰਨੀ ਦੋਨੇ ਚੀਜ਼ਾਂ ਬਹੁਤ ਅਲੱਗ-ਅਲੱਗ ਨੇ, ਹੈ ਨਾ। ਬੱਚਤ ਤਾਂ ਆਪਦੇ ਲਈ ਹੋਣੀ ਚਾਹੀਦੀ ਹੈ, ਆਪਦੇ ਲਈ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਵੀ ਮੈਂ ਗਾਲੀ ਪੀੜੀ ਲਈ ਸਾਂਭ ਕੇ ਰੱਖਦਾ। ਬਿਲਕੁਲ, ਵੀ ਜੇ ਮੈਂ ਕਹਾਂ ਹੁਣ ਕਿ ਮੈਂ ਇੰਨਾ ਕੁਝ ਬਚਾ ਲਵਾਂ ਵੀ ਮੇਰੇ ਬੱਚਿਆਂ ਦੇ ਕੰਮ ਆਊਗਾ, ਹੈ ਨਾ। ਪਹਿਲੀ ਗੱਲ ਤਾਂ ਜੇ ਤੁਸੀਂ ਕੁਦਰਤ 'ਤੇ ਭਰੋਸਾ ਕਰਦੇ ਹੋ, ਤੁਹਾਨੂੰ ਰੱਬ ਨੇ ਇੰਨਾ ਜ਼ਿਆਦਾ ਇਖਤਿਆਰ ਨਹੀਂ ਦਿੱਤਾ ਹੋਇਆ ਵੀ ਮੈਂ ਕਹਾਂ ਕਿ ਮੈਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਸੈਟਲ ਕਰ ਦੂੰ, ਹੈ ਨਾ। ਇਹ ਚੀਜ਼ ਨਹੀਂ ਹੈਗੀ, ਕਿਉਂਕਿ ਜੋ ਕੁਛ ਕਰਨਾ ਆਪਾਂ ਜਿਵੇਂ ਕਹਿੰਦੇ ਹਾਂ ਕਿ ਜਿਹੜਾ ਦੁਨੀਆ 'ਤੇ ਆਉਂਦਾ ਰੱਬ ਉਹਦੇ ਹਿੱਸੇ ਦਾ ਰਿਜ਼ਕ ਉਹਦੇ ਲਈ ਲਿਖਦਾ, ਹੈ ਨਾ। ਮੇਰੇ ਹਿੱਸੇ ਦਾ ਰਿਜ਼ਕ ਮੈਂ ਕਿਸੇ ਨੂੰ ਨਹੀਂ ਦੇ ਸਕਦੀ। ਜੇ ਇਹ ਹੋਵੇ ਕਿ ਮਾਂ ਪਿਓ ਨੇ ਜਿਹੜੇ ਉਹ ਕਮਾਈਆਂ ਕਰਕੇ ਆਪਣੇ ਨਿਆਣੇ ਸੈੱਟ ਕਰ ਸਕਦੇ ਹੁਣ, ਤਾਂ ਤੁਸੀਂ ਕਿੰਨੇ ਪਰਿਵਾਰ ਆਪਾਂ ਦੇਖਦੇ ਹਾਂ ਕਿ ਜੇ 3 ਭੈਣ ਭਰਾ ਨੇ, ਮੰਨ ਲਓ ਤੁਸੀਂ ਵੀ 3 ਭੈਣ ਭਰਾ, ਅਸੀਂ ਵੀ, ਹੈ ਨਾ, ਤਾਂ ਕੀ ਆਪਾਂ ਇਕਨੋਮਿਕਲੀ ਇੱਕੋ ਜਿਹੇ ਹਾਂ? ਆਪਣੇ 'ਚ ਫਰਕ ਹੋਊਗਾ, ਹੈ ਨਾ। ਕੋਈ ਬਹੁਤ ਜ਼ਿਆਦਾ ਵਧੀਆ ਹੋਊ, ਕੋਈ ਨੋਰਮਲ ਹੋਊ, ਕੋਈ ਉਸ ਤੋਂ ਵੀ ਨੋਰਮਲ 'ਚ ਆ ਜਾਂਦਾ, ਹੈ ਨਾ। ਤੇ ਜੇ ਮਾਂ ਪਿਓ ਇਹ ਚੀਜ਼ਾਂ ਕਰ ਸਕਦੇ ਹੁਣ ਤਾਂ ਉਹ ਤਾਂ ਤਿੰਨਾਂ ਦੀ ਕਿਸਮਤ ਇੱਕੋ ਜਿਹੀ ਲਿਖ ਦੇਣ, ਹੈ ਨਾ। ਉਹ ਤਿੰਨਾਂ ਲਈ ਇੱਕੋ ਜਿਹੀ ਬੱਚਤ ਕਰਨ, ਉਹਨਾਂ ਨੂੰ ਤਿੰਨਾਂ ਨੂੰ ਵੀ ਇੱਕੋ ਜਿਹੀ ਵੰਡ ਦੇਣਗੇ ਨਾ, ਤਾਂ ਵੀ ਉਹਨਾਂ 'ਚ ਫਰਕ ਹੋ ਜਾਊਗਾ, ਕਿਉਂਕਿ ਕੋਈ ਕਿਵੇਂ ਸੰਭਾਲ ਰਿਹਾ, ਕੋਈ ਉਹਨੂੰ ਕਿਵੇਂ ਵਰਤ ਰਿਹਾ, ਹੈ ਨਾ। ਤੇ ਮੈਨੂੰ ਤਾਂ ਇਹ ਚੀਜ਼ ਬਹੁਤ ਬੁਰੀ ਲੱਗਦੀ ਹੈ, ਮਤਲਬ ਬੁਰੀ ਵੀ, ਗਲਤ ਵੀ ਲੱਗਦੀ ਹੈ, ਹੈ ਨਾ, ਕਿ ਹਰ ਕੋਈ ਬੰਦਾ ਆਪਦੇ ਲਈ ਕਿਉਂ ਨਹੀਂ ਕਰਨਾ ਚਾਹੁੰਦਾ। ਮੰਨ ਲਓ ਸਾਡੇ ਮਾਂ ਪਿਓ ਸੀ, ਜੇ ਉਹ ਕਾਸ਼ ਆਪਦੇ ਲਈ ਕਰਦੇ ਤਾਂ ਉਹ ਕਿੰਨੇ ਸੁਖੀ ਹੁੰਦੇ, ਹੈ ਨਾ। ਜਦੋਂ ਉਹਨਾਂ ਦੀ ਘੁੰਮਣ ਫਿਰਨ ਦੀ ਉਮਰ ਸੀ, ਜੋ ਉਹ ਕਮਾ ਰਹੇ ਸੀ, ਉਹ ਚੰਗੀ ਤਰ੍ਹਾਂ ਖਾਣ ਦੀ ਉਮਰ ਸੀ, ਉਦੋਂ ਉਹਨਾਂ ਨੇ ਖਾਧਾ ਨਹੀਂ, ਹੈ ਨਾ। ਤੇ ਜਦੋਂ ਉਹਨਾਂ ਨੇ ਸਾਨੂੰ ਵਿਆਹ ਲਿਆ, ਪੜ੍ਹਾ ਲਿਖਾ ਲਿਆ, ਅਸੀਂ ਆਪਣੀਆਂ ਜ਼ਿੰਦਗੀਆਂ 'ਚ ਥੋੜ੍ਹੇ ਵੀ ਸੈੱਟ ਹਾਂ, ਤਾਂ ਹੁਣ ਉਹਨਾਂ ਦਾ ਖਾਣ ਨੂੰ ਵੀ ਜੀਅ ਕਰਦਾ ਹੋਊ, ਹੁਣ ਉਹਨਾਂ ਦਾ ਘੁੰਮਣ ਨੂੰ ਵੀ ਜੀਅ ਕਰਦਾ ਹੋਊ, ਪਰ ਹੁਣ ਉਹਨਾਂ ਦੇ ਸਰੀਰ ਨੇ ਜਿਹੜੇ ਉਹ ਜਵਾਬ ਦੇ ਗਏ ਨੇ, ਹੈ ਨਾ। ਤੇ ਇਸ ਲਈ
ਉਹਨਾਂ ਨੇ ਆਪਦੇ ਲਈ ਨਹੀਂ ਕੀਤਾ, ਉਹੀ ਚੀਜ਼ ਸੇਮ ਅਸੀਂ ਆਪਣੇ ਲਈ ਕਰ ਰਹੇ ਹਾਂ, ਹਨਾ। ਸਾਨੂੰ ਇਹ ਹੈ ਕਿ ਨਹੀਂ, ਜੇ ਮੈਂ 1000 ਰੁਪਏ ਦੀ ਜੁੱਤੀ ਪਾਉਣੀ ਆ, ਮੈਂ 500 ਦੀ ਉਹ ਪਾ ਲਾਂ, 500 ਮੈਂ ਆਪਦੇ ਨਿਆਣੇ ਦੇ ਫਿਊਚਰ ਲਈ ਰੱਖ ਲਾਂ, ਹਨਾ। ਜਾਂ ਫਿਊਚਰ ਲਈ ਵੀ ਛੱਡੋ, ਕਈ ਵਾਰੀ ਇਹ ਵੀ ਹੁੰਦਾ ਕਿ ਤੁਸੀਂ ਆਪ 1500 ਵਾਲਾ ਕੱਪੜਾ ਪਾ ਰਹੇ ਹੋ, ਨਿਆਣੇ ਨੂੰ ਤੁਸੀਂ 2500 ਦਾ ਲੈ ਕੇ ਦਿੰਦੇ ਹੋ, ਵੀ ਉਹ ਤੰਗ ਨਾ ਹੋਵੇ, ਹਨਾ। ਤੇ ਇਹੀ ਚੀਜ਼ ਫਿਰ ਸਾਡੀ ਅਗਲੀ ਜਨਰੇਸ਼ਨ ਵੀ ਕਰੂ, ਹਨਾ। ਕੱਲ ਕਿਸੇ ਨੇ ਲਿਖਿਆ ਸੀ ਵੀ ਇਸ ਜ਼ਿੰਦਗੀ 'ਚ ਇੰਨੀ ਮਿਹਨਤ ਕਰੋ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਸੁਖੀ ਵਸੇ, ਹਨਾ। ਮਿਹਨਤ ਤੁਸੀਂ ਆਪਦੇ ਲਈ ਕਿਉਂ ਨਹੀਂ ਕਰ ਰਹੇ ਵੀ ਮੈਂ ਸੁਖੀ ਵਸਾਂ ਅੱਜ ਦੀ ਘੜੀ, ਹਨਾ। ਉਹੀ ਸਬਕ ਤੁਸੀਂ ਅਗਲੀ ਪੀੜ੍ਹੀ ਨੂੰ ਦਿਓ ਵੀ ਤੂੰ ਆਪਣੇ ਲਈ ਇੰਨੀ ਮਿਹਨਤ ਕਰੀ ਵੀ ਤੂੰ ਆਪਣੇ ਲਈ ਸੁਖੀ ਵਸੇ, ਹਨਾ। ਮੈਂ ਚਾਹੇ ਕਰੋੜਾਂ ਰੁਪਈਆ ਵੀ ਬਚਾ ਲੂੰ ਨਾ ਗੁਰਦੀਪ, ਤਾਂ ਵੀ ਇਹ ਕਿਤੇ ਨਹੀਂ ਲਿਖਿਆ ਹੋਇਆ ਵੀ ਜੇ ਮੈਂ ਆਪਣੇ ਬੱਚਿਆਂ ਨੂੰ ਉਹ ਦੇ ਕੇ ਜਾਊਂਗੀ ਤਾਂ ਉਹ ਉਹਨੂੰ ਦੁੱਗਣੇ ਬਣਾ ਲੈਣਗੇ, ਹਨਾ। ਹੋ ਸਕਦਾ ਉਹਨੂੰ ਬਿਲਕੁਲ ਜ਼ੀਰੋ ਕਰ ਲੈਣ, ਹੋ ਸਕਦਾ ਉਹ ਮੇਰੇ 2 ਰੁਪਈਆਂ ਨੂੰ ਹੀ ਕਰੋੜ ਬਣਾ ਲੈਣ, ਹਨਾ। ਕਿਉਂਕਿ ਉਹਨਾਂ ਦੀ ਕਿਸਮਤ ਉਹਨਾਂ ਦੀ ਮਿਹਨਤ 'ਤੇ ਡਿਪੈਂਡ ਕਰਦਾ। ਤੇ ਫਿਰ ਮਤਲਬ ਅਸੀਂ ਕਿਉਂ ਘੁਣ ਵਾਂਗੂ ਪਿਸੀ ਜਾਂਦੇ ਹਾਂ ਵੀ ਅਸੀਂ ਧੌਂਸ ਵੀ ਦਿੰਦੇ ਹਾਂ। ਜਿਵੇਂ ਤੁਸੀਂ ਕਿਹਾ ਸੀ ਵੀ ਅਸੀਂ ਕਹਿੰਦੇ ਹੁੰਦੇ ਮੈਂ ਤੇਰੇ ਲਈ ਇੰਨਾ ਕੁਛ ਕੀਤਾ, ਹਨਾ, ਤੂੰ ਮੇਰੇ ਲਈ ਕੱਲ੍ਹ ਨੂੰ ਮਤਲਬ ਕਰਨਾ। ਅੱਜ ਤੁਸੀਂ ਬੱਚਿਆਂ ਨੂੰ ਇੱਕ FD ਬਣਾ ਰਹੇ ਹੋ ਕਿ ਕੱਲ੍ਹ ਨੂੰ ਮੈਨੂੰ ਇਹਦੇ ਤੋਂ ਵਾਪਸ ਰੈਂਟ ਆਊਗਾ, ਵਿਆਜ ਆਊਗਾ, ਹਨਾ। ਉਹ ਤੁਸੀਂ ਚੀਜ਼ ਕਰੋ ਹੀ ਨਾ। ਕਿੰਨੇ 2-3 ਪਰਿਵਾਰਾਂ ਨੂੰ ਆਪਾਂ ਪਿਛਲੇ 2-3 ਮਹੀਨਿਆਂ 'ਚ ਮਿਲਿਆ ਜਿਨ੍ਹਾਂ ਦੇ ਘਰੇ ਇੱਥੋਂ ਤੱਕ ਆਪਣੇ ਨਿਆਣਿਆਂ ਦੀਆਂ ਫੋਟੋਆਂ ਵੀ ਨਹੀਂ ਲੱਗੀਆਂ ਹੋਈਆਂ, ਹਨਾ। ਤੇ ਉਹ ਕਿੰਨੇ ਸੁਖੀ ਸੀ। ਉਹ ਕਹਿੰਦੇ ਵੀ ਅਸੀਂ ਆਪਣੀ ਜ਼ਿੰਦਗੀ ਲਈ ਕਮਾ ਰਹੇ ਹਾਂ, ਆਪਣੇ ਬੁਢਾਪੇ ਲਈ ਇਹਨੂੰ ਵਰਤਾਂਗੇ, ਪਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ, ਆਪਣੇ ਬੱਚਿਆਂ ਨੂੰ ਇਹ ਕਹਿੰਦੇ ਹਾਂ ਕਿ ਦੁੱਖ 'ਚ ਅਸੀਂ ਤੁਹਾਡੇ ਜ਼ਰੂਰ ਕੰਮ ਆਵਾਂਗੇ, ਕਿਤੇ ਤੁਹਾਡਾ ਹੌਸਲਾ ਟੁੱਟੂ, ਤੁਹਾਨੂੰ ਲੋੜ ਹੋਊ, ਪਰ ਇਹ ਨਾ ਸਮਝੋ ਕਿ ਜੋ ਅਸੀਂ ਕਰ ਰਹੇ ਹਾਂ ਸਾਰਾ ਕੁਝ ਤੁਹਾਡੇ ਲਈ ਕਰ ਰਹੇ ਹਾਂ, ਹਨਾ। ਤਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਚਿਹਰਿਆਂ 'ਤੇ ਆਪਣੇ ਮਾਂ-ਪਿਓ ਨਾਲੋਂ ਵੀ ਜ਼ਿਆਦਾ ਸਕੂਨ ਵੀ ਸੀਗਾ ਤੇ ਹਾਸਾ ਵੀ ਸੀਗਾ। ਨਾਲੇ ਇਹ ਵੀ ਨਹੀਂ ਹੈਗਾ ਭੈਣੇ ਵੀ ਉਹ ਆਪਦੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ, ਜਿਵੇਂ ਬਹੁਤ ਵਧੀਆ ਸਕੂਲਾਂ ਕਾਲਜਾਂ 'ਚ ਉਹਨਾਂ ਨੇ ਆਪਦੇ ਨਿਆਣਿਆਂ ਨੂੰ ਪੜ੍ਹਾਇਆ ਵਾ। ਤੇ ਪਰ ਫਰਕ ਇੰਨਾ ਸੀਗਾ ਵੀ ਜਦੋਂ ਹੁਣ ਉਹਨਾਂ ਦੇ ਨਿਆਣੇ ਖੁਦ ਅਡਾਰ ਹੋ ਗਏ, ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਭਾਈ ਆਪਦਾ ਉੱਡੋ, ਹੁਣ ਤੁਸੀਂ ਆਪਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਜਾਂ ਤੁਹਾਡੀ ਜ਼ਿੰਦਗੀ ਦੀ ਜਿਹੜੀ ਸੌਖ ਆ ਉਹ ਤੁਸੀਂ ਦੋਨੋਂ ਚੀਜ਼ਾਂ ਆਪ ਹੰਢਾਓ ਤੇ ਆਪਦੇ ਤਰੀਕੇ, ਆਪਦੇ ਮਸਲੇ ਨੇ ਜਿਹੜੇ ਆਪਦੇ ਤਰੀਕਿਆਂ ਦੇ ਨਾਲ ਤੁਸੀਂ ਹੱਲ ਕਰੋ। ਹਾਂ, ਜਿੱਥੇ ਮਾਂ-ਬਾਪ ਦਾ ਫਰਜ਼ ਹੁੰਦਾ ਵਾ ਆਪਾਂ ਉੱਥੇ ਪਿੱਛੇ ਵੀ ਨਹੀਂ ਹਟ ਸਕਦੇ, ਤਾਂ ਮਤਲਬ ਯਕੀਨਨ ਆਪਾਂ ਉੱਥੇ ਸਾਰਿਆਂ ਨਾਲੋਂ ਪਹਿਲਾਂ ਜਾ ਕੇ ਖੜੇ ਹੋ ਜਾਂਦੇ ਹਾਂ ਜਿੱਥੇ ਲੱਗਦਾ ਹੁੰਦਾ ਵੀ, ਜਾਂ ਜਿੱਥੇ ਆਪਾਂ ਨੂੰ ਵੀ ਕਿਤੇ ਦਿੱਕਤ ਆਉਂਦੀ ਹੈ ਤਾਂ ਆਪਣੇ ਮਾਂ-ਬਾਪ ਸਭ ਤੋਂ ਪਹਿਲਾਂ ਆ ਕੇ ਉੱਥੇ ਮੂਹਰੇ ਖੜੇ ਹੋ ਜਾਂਦੇ ਨੇ, ਹਨਾ, ਵੀ ਸਾਡਾ ਬੱਚਾ ਇਸ ਟਾਈਮ ਮੁਸ਼ਕਿਲ ਦੇ ਵਿੱਚ। ਪਰ ਜਿਵੇਂ ਤੁਸੀਂ ਕਿਹਾ ਵੀ ਜੇ ਆਪਾਂ ਜੋੜ ਕੇ ਰੱਖਣ ਨਾਲ ਵੀ ਮੰਨ ਲਓ ਵੀ ਇੱਕ ਪੀੜ੍ਹੀ ਆਉਣ ਵਾਲੀ ਪੀੜ੍ਹੀ ਲਈ ਕੰਮ ਕਰੀਏ, ਇਹਦਾ ਮਤਲਬ ਤਾਂ ਫਿਰ ਮਤਲਬ ਦੁਨੀਆ 'ਚ ਸਾਰਾ ਕੁਝ ਇੱਕੋ ਜਿਹਾ ਹੀ ਚੱਲੀ ਜਾਊਗਾ, ਕੁਝ ਖਤਮ ਹੋਊਗਾ ਹੀ ਨਹੀਂ, ਹਨਾ। ਫਿਰ ਤਾਂ ਇੱਕ ਪੀੜ੍ਹੀ ਨੂੰ ਐ ਹੋਊਗਾ ਵੀ ਮੇਰਾ ਕੀਤਾ ਆਉਣ ਵਾਲੀਆਂ ਕਿੰਨੀਆਂ ਪੀੜ੍ਹੀਆਂ ਨੇ ਖਾਣਾ, 7 ਪੀੜ੍ਹੀਆਂ ਵੀ ਲੋਕ ਕਹਿ ਦਿੰਦੇ ਨੇ ਖਾਣਗੀਆਂ, ਹਨਾ। ਪਰ ਇਹ ਫਿਰ ਤਾਂ ਮਤਲਬ ਹਾਲਾਤ ਹੀ ਨਾ ਬਦਲਣ। ਤੁਸੀਂ ਦੇਖ ਲਓ ਆਪਣੇ ਸਾਹਮਣੇ ਇਹ ਉਦਾਹਰਨਾਂ ਹੁੰਦੀਆਂ ਨੇਗੀਆਂ ਵੀ ਜੇ ਕਈ ਵਾਰ ਆਪਾਂ ਘਰਦਿਆਂ ਨੂੰ ਗੱਲ ਕਰਦੇ ਸੁਣਦੇ ਹੁੰਦੇ ਹਾਂ ਵੀ ਕਿਸੇ ਟਾਈਮ ਇਹ ਸ਼ਾਹਾਂ ਦੇ ਵੱਜਦੇ ਹੁੰਦੇ ਸੀਗੇ, ਹਨਾ, ਜਾਂ ਕਿਸੇ ਟਾਈਮ ਇਹ ਵੱਡੇ ਸ਼ਾਹੂਕਾਰ ਵੱਜਦੇ ਹੁੰਦੇ ਸੀ, ਜਾਂ ਇਹ ਵੱਡੇ ਜੈਲਦਾਰ ਹੁੰਦੇ ਸੀ, ਇਹਨਾਂ ਦੇ ਇੰਨੇ ਕੰਮ ਸੀ ਜਾਂ ਇੰਨਾ ਤਕੜਾ ਇਹਨਾਂ ਦਾ ਉਹ ਸੀਗਾ, ਹਨਾ। ਤਾਂ ਮਤਲਬ ਵੀ ਹੁਣ ਦੇਖੋ ਉਹਨਾਂ ਦੇ ਹਾਲਾਤ ਕੀ ਨੇ, ਹਨਾ। ਸੋ ਜੇ ਇਸ ਟਾਈਮ ਕਿਸੇ ਟਾਈਮ ਸ਼ਾਹ ਰਿਹਾ ਬੰਦਾ ਤੇ ਉਹਦੀ ਗਾਹਾਂ ਜਿਹੜੀ ਤੀਜੀ ਪੀੜ੍ਹੀ ਆ ਜਾਂ ਚੌਥੀ ਪੀੜ੍ਹੀ ਆ ਉਸ ਹਾਲਾਤਾਂ ਦੇ ਵਿੱਚ ਨਹੀਂ ਹੈਗੀ, ਤੇ ਇੱਥੋਂ ਮਤਲਬ ਸਾਨੂੰ ਬਿਲਕੁਲ ਸਾਫ਼ ਹੋ ਜਾਣਾ ਚਾਹੀਦਾ ਵੀ ਇਹ ਜ਼ਰੂਰੀ ਨਹੀਂ ਵੀ ਜੇ ਤੁਸੀਂ ਆਪਦਾ ਢਿੱਡ ਬੰਨ੍ਹ ਕੇ ਕਮਾਈਆਂ ਕਰਦੇ ਰਹੇ ਤਾਂ ਉਹ ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਤੱਕ ਚੱਲਦੀਆਂ ਰਹਿਣਗੀਆਂ, ਹਨਾ। ਹੁਣ ਜਿਵੇਂ ਸਾਡੇ ਪਰਿਵਾਰ ਦੀ ਜੇ ਮੈਂ ਉਦਾਹਰਣ ਦੇਵਾਂ, ਹੁਣ ਮੇਰੇ ਫਾਦਰ ਸਾਹਿਬ ਉਹਨਾਂ ਨੇ ਇੰਨਾ ਪੈਸਾ ਦੇਖਿਆ ਵੀ ਜਿਵੇਂ ਮੰਮੀ ਹੁਣੇ ਕਈ ਵਾਰ ਦੱਸਦੇ ਹੁੰਦੇ ਨੇ ਵੀ ਸਾਡੀਆਂ ਭੂਆ ਉਹਨਾਂ ਨੇ ਵੀ ਜਦੋਂ ਕਿਤੇ ਸਫਾਈ ਕਰਨੀ ਤਾਂ ਮਤਲਬ ਉੱਥੋਂ ਵੀ ਕਿਸੇ ਨੂੰ ਪੈਸੇ ਚੜ ਜਾਂਦੇ ਹੁੰਦੇ ਸੀਗੇ, ਹਨਾ। ਤੇ ਹੈ ਤਾਂ ਚਲੋ ਸਾਡੇ ਘਰ ਦੀ ਗੱਲ, ਪਰ ਮੈਂ ਉੱਦਾਂ ਗੱਲ ਦੱਸਦੀ ਹਾਂ ਵੀ ਆਪਣੇ ਸਿਆਣੇ ਕਹਿੰਦੇ ਹੁੰਦੇ ਨੇ ਵੀ ਤੀਜੀ ਪੀੜ੍ਹੀ ਤੱਕ ਆ ਕੇ ਹਾਲਾਤ ਬਦਲ ਜਾਂਦੇ ਨੇ, ਹਨਾ। ਹੁਣ ਮੇਰੇ ਦਾਦਾ ਜੀ ਉਹਨਾਂ ਨੇ, ਉਹ 2 ਭਰਾ ਸੀਗੇ, ਉਹਨਾਂ ਨੇ ਬੜੀ ਮਿਹਨਤ ਕੀਤੀ, ਉਹਨਾਂ ਨੇ ਜਿਵੇਂ ਬਿੱਘਿਆਂ ਤੋਂ ਕਿੱਲਿਆਂ 'ਚ ਜ਼ਮੀਨਾਂ ਲੈ ਕੇ ਆਂਦੀਆਂ, ਆਪਦੀ ਕਮਾਈ ਨਾਲ ਉਹ ਜ਼ਮੀਨਾਂ ਬਣਾਈਆਂ, ਹਨਾ। ਤਾਂ ਉਹਨਾਂ ਨੇ ਜਿੰਨੀ ਬਣਾਤੀ ਉਨੀ ਉਹ ਬਣੀ ਆ। ਜੇ ਹੁਣ ਆਪਾਂ ਇਹ ਸੋਚੀਏ ਵੀ ਮੇਰੇ ਫਾਦਰ ਸਾਹਿਬ ਉਹਨਾਂ ਵਾਲੀ ਪੀੜ੍ਹੀ ਤੋਂ ਜਾਂ ਗਾਹਾਂ ਸਾਤੋਂ ਕੁਛ ਨਹੀਂ ਜੁੜਿਆ, ਉਹਦੇ ਵਿੱਚ ਅਸੀਂ 1 ਵਿੱਘਾ ਤੱਕ ਵੀ ਲਿਆ ਕੇ ਹੋਰ ਨਹੀਂ ਜੋੜਿਆ ਹੈਗਾ ਵੀ ਹਾਂ ਇੰਨਾ ਤਾਂ ਚੱਲ ਪਿਛਲਿਆਂ ਨੇ ਕਮਾਤਾ, ਅਸੀਂ ਤਾਂ ਸੌਖੇ ਹਾਂ, ਅਸੀਂ ਹੁਣ ਹੋਰ ਅੱਗੇ ਸੋਚੀਏ। ਕਿਉਂਕਿ ਉਹ ਨਾਲ ਪਰਿਵਾਰਾਂ ਦੀਆਂ ਹੋਰ ਚੁਣੌਤੀਆਂ ਬਹੁਤ ਖੜੀਆਂ ਹੋ ਗਈਆਂ ਸੀ। ਜਿਵੇਂ ਆਪਾਂ ਕਹਿੰਦੇ ਆ ਵੀ ਸਾਡੇ ਮਦਰ, ਉਹਨਾਂ ਦਾ ਲਾਈਫ ਸਟਾਈਲ ਅਲੱਗ ਸੀ ਤੇ ਸਾਡਾ ਅਲੱਗ ਵਾ, ਉਹਨਾਂ ਦੀਆਂ ਜ਼ਰੂਰਤਾਂ ਹੋਰ ਸੀ, ਸਾਡੀਆਂ ਜ਼ਰੂਰਤਾਂ ਹੋਰ ਨੇ। ਜਿਵੇਂ ਦਾਦਾ ਹੀ ਉਹਨਾਂ ਦੀਆਂ ਜ਼ਰੂਰਤਾਂ, ਉਹਨਾਂ ਦੇ ਵੇਲਿਆਂ ਦਾ ਸਮਾਂ, ਉਹਨਾਂ ਦੇ ਵੇਲਿਆਂ ਦੀ ਮਹਿੰਗਾਈ ਜਾਂ ਖਰੀਦੋ ਫਰੋਖਤ ਹੋਰ ਤਰ੍ਹਾਂ ਦੀ ਹੁੰਦੀ ਸੀ। ਫਾਦਰ ਸਾਹਿਬ ਉਹਨਾਂ ਦਾ ਸਮਾਂ ਬਦਲਿਆ, ਉਦੋਂ ਨੌਕਰੀਆਂ ਦਾ ਜ਼ਮਾਨਾ ਆ ਗਿਆ, ਮਤਲਬ ਉਹ ਖੇਤੀ ਛੱਡ ਕੇ ਬਾਕੀ ਸਾਰਾ ਜਿੰਨਾ ਸਾਡਾ ਬਿਜ਼ਨਸ ਸੀਗਾ ਉਹ ਮਤਲਬ ਛੱਡ ਕੇ ਉਹ ਆਪਦਾ ਨੌਕਰੀ ਵੱਲ ਹੋ ਤੁਰੇ, ਹੈ ਨਾ। ਉਦੋਂ ਪਿਛਲੇ ਜਿਹੜੇ ਦੂਜੇ ਚਾਚੇ ਸੀਗੇ ਉਹਨਾਂ ਨੇ ਆਪਦੇ ਕੰਮ ਮਤਲਬ ਜਿਵੇਂ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਉਹ ਦੇਖਣੇ ਸ਼ੁਰੂ ਕਰਤੇ।
ਤੇ ਉਸ ਤੋਂ ਬਾਅਦ ਜਿਵੇਂ ਹੁਣ ਗਾਹਾਂ ਸਾਡੀ ਵਾਰੀ ਆ ਗਈ, ਅਸੀਂ ਆਪਦੇ ਹਿਸਾਬ ਨਾਲ ਉਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਹਨਾ। ਹੁਣ ਜੇ ਅਸੀਂ ਕਹੀਏ ਸਾਡੇ ਦਾਦੇ ਉਹਨਾਂ ਨੇ ਤਾਂ ਬਹੁਤ ਮਿਹਨਤ ਕੀਤੀ ਸੀ, ਬਿੱਗਿਆਂ ਤੋਂ ਕਿੱਲਿਆਂ 'ਚ ਜ਼ਮੀਨਾਂ ਲੈ ਕੇ ਆਉਣੀਆਂ ਸੌਖੀ ਗੱਲ ਨਹੀਂ ਹੁੰਦੀ। ਇਹਦਾ ਮਤਲਬ ਤਾਂ ਫਿਰ ਸਾਡੀ ਪੀੜ੍ਹੀ ਨੂੰ ਤਾਂ ਕੰਮ ਕਰਨ ਦੀ ਲੋੜ ਹੀ ਕੋਈ ਨਹੀਂ ਸੀਗੀ, ਹਨਾ। ਜੇ ਆਪਾਂ ਸੋਚ ਕੇ ਦੇਖੀਏ, ਨਹੀਂ, ਕਿਉਂਕਿ ਉਹ ਉਹਨਾਂ ਦਾ ਕਰਮ ਸੀ, ਉਹ ਖਾ ਕੇ ਚਲੇ ਗਏ, ਹਨਾ। ਉਹਨਾਂ ਨੇ ਉਹ ਜ਼ਿੰਦਗੀ ਦੀ ਸ਼ਾਹੂਕਾਰੀ ਦੇਖੀ ਕਿਉਂਕਿ ਉਹਨਾਂ ਦੀ ਕਿਸਮਤ 'ਚ ਲਿਖੀ ਹੋਈ ਸੀ। ਮੇਰੇ ਫਾਦਰ ਉਹਨਾਂ ਦੀ ਕਿਸਮਤ 'ਚ ਲਿਖੀ ਹੋਈ ਸੀ ਵੀ ਉਹ ਸੌਖੇ ਸੀਗੇ, ਹਰ ਗੱਲ ਪੱਖੋਂ ਉਹਨਾਂ ਨੂੰ ਸੋਚਣਾ ਨਹੀਂ ਸੀ ਪੈਂਦਾ, ਜਿੱਥੇ ਜੀ ਕਰਦਾ ਸੀ ਉਨੇ ਪੈਸੇ ਧਰ ਦਿੰਦੇ ਹੁੰਦੇ ਸੀਗੇ ਨਾ। ਹੁਣ ਉਹ ਉਹਨਾਂ ਦੀ ਕਿਸਮਤ ਸੀ। ਸਾਡੀ ਕਿਸਮਤ ਇਹ ਸੀਗੀ ਵੀ ਸਾਨੂੰ ਹਰ ਇੱਕ ਚੀਜ਼ ਲਈ ਸੋਚਣਾ ਪਿਆ, ਭਾਵੇਂ ਮਤਲਬ ਬੇਸਿਕ ਚੀਜ਼ਾਂ ਪੱਖੋਂ ਅਸੀਂ ਸੌਖੇ ਸੀਗੇ, ਪਰ ਇਹ ਨਹੀਂ ਹੈਗਾ ਵੀ ਇੱਕਦਮ ਹੀ ਜਾ ਕੇ 10 ਲੱਖ ਦੀ ਕੋਈ ਚੀਜ਼ ਲੈ ਆਉਂਦੀ ਹੈ ਨਾ, ਉਹਦੇ ਲਈ ਸੋਚਣਾ ਪੈਂਦਾ ਸੀ ਵੀ ਲਈਏ ਜਾਂ ਨਾ ਲਈਏ, ਹੈ ਨਾ। ਜਾਂ ਹੁਣ ਮੂਹਰੇ 6 ਮਹੀਨਿਆਂ ਨੂੰ ਕਿੰਨੇ ਕੁ ਪੈਸੇ ਆਉਣਗੇ ਤੇ ਉਹਨਾਂ 'ਚੋਂ ਕਿੰਨੇ ਅਸੀਂ ਕਿੱਥੇ ਲਾਉਣੇ ਨੇਗੇ। ਗੁਰਦੀਪ, ਇਹੀ ਚੀਜ਼ਾਂ ਤਾਂ ਹੈਗੀਆਂ ਨੇ, ਹਨਾ। ਮੰਨਦੇ ਹਾਂ ਵੀ ਆਪਾਂ ਮਤਲਬ ਮੈਂ ਇਹ ਚੀਜ਼ ਜ਼ਰੂਰ ਸੋਚੂੰ ਵੀ ਜੇ ਸਾਡੇ ਮਤਲਬ ਪਾਪਾ ਹੁਣੀ ਹਨਾ ਸਾਨੂੰ ਇੰਨਾ ਕੁਝ ਬਣਾ ਕੇ ਦੇ ਰਹੇ ਨੇ ਤਾਂ ਅਸੀਂ ਉਹਦੇ 'ਚ ਇੱਕ ਚੀਜ਼ ਜੋੜੀਏ, ਹਨਾ। ਪਰ ਜੇ ਮੈਂ ਉਹ ਸੋਚਾਂ ਵੀ ਜੋੜਨੀ ਮੈਂ ਸਿਰਫ ਆਪਦੇ ਬੱਚਿਆਂ ਕਰਕੇ ਆ, ਹਨਾ, ਤੇ ਫਿਰ ਮੈਂ ਉਸ ਜ਼ਿੰਦਗੀ 'ਚੋਂ ਆਪਣੇ ਆਪ ਨੂੰ ਐਬਸੈਂਟ ਕੀਤਾ। ਪਹਿਲਾਂ ਤਾਂ ਪਿਛਲਿਆਂ ਨੇ ਕੀਤਾ, ਹਨਾ, ਫਿਰ ਮੈਨੂੰ ਨਹੀਂ ਪਤਾ ਵੀ ਮੇਰੀ ਜ਼ਿੰਦਗੀ ਹੈ, ਮੈਂ ਵੀ ਇਹਨੂੰ ਜਿਉਣਾ, ਮੈਂ ਵੀ ਆਪਣੇ ਤੇ ਖਰਚਣਾ, ਜਾਂ ਮੈਂ ਵੀ ਖਾ ਸਕਦੀ ਹਾਂ ਕੁਛ, ਹਨਾ। ਤੇ ਫਿਰ ਉਹੀ ਚੀਜ਼ਾਂ ਅਗਲਿਆਂ 'ਚ ਆਈ ਗਈਆਂ, ਹਨਾ। ਫਿਰ ਮੈਨੂੰ ਲੱਗਦਾ ਕਿ ਮੈਨੂੰ ਤਾਂ ਇਹ ਚੀਜ਼ ਲੱਗਦਾ ਵੀ ਅਸੀਂ ਨਾ ਭਵਿੱਖ ਵੱਲ ਨੂੰ ਟੱਪਾ ਮਾਰ ਰਹੇ ਹਾਂ ਇੱਕ, ਹਨਾ, ਜਿੱਦਾਂ ਵੱਜਦਾ ਸਾਡੇ ਤੋਂ ਹੈ ਨਹੀਂਗਾ, ਪਰ ਅਸੀਂ ਉੱਥੇ ਤੱਕ ਸੋਚੀ ਜਾਂਦੇ ਹਾਂ, ਹਨਾ। ਜਦ ਕਿ ਇੱਕ ਦਿਨ ਕਿਸੇ ਨੇ ਲਿਖਿਆ ਹੋਇਆ ਸੀ ਵੀ ਭਵਿੱਖ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਸਿਰਫ ਤੁਹਾਡਾ ਵਰਤਮਾਨ ਤੇ ਤੁਹਾਡਾ ਪਾਸਟ ਹੁੰਦਾ, ਹਨਾ। ਭਵਿੱਖ ਉਹੀ ਹੁੰਦਾ ਜਿਹੜਾ ਮੈਂ ਅੱਜ ਮਤਲਬ ਕੱਲ ਮੇਰੇ ਲਈ ਭਵਿੱਖ ਸੀ, ਅੱਜ ਮੈਂ ਬੈਠੀ ਜਿਉਂ ਰਹੀ ਹਾਂ, ਹਨਾ। ਤੇ ਉਹਦੇ 'ਚ ਕੋਈ ਖਾਸ ਤਬਦੀਲੀ ਤਾਂ ਆਈ ਨਹੀਂ। ਜੇ ਮੈਂ ਹੁਣ ਸੋਚਣ ਲੱਗ ਜਾਂ ਕਿ ਮੇਰੇ ਕੋਲ 1 ਰੁਪਈਆ ਵੀ ਆ, ਇਹ ਵੀ ਮੈਂ ਰੱਖ ਲਾਂ, ਮੇਰੇ ਕੋਲ 50 ਵੀ ਨੇ, ਮੈਂ ਉਹ ਵੀ ਰੱਖ ਲਾਂ, ਹਨਾ। ਮੈਂ ਜਿੰਨੇ ਮਰਜ਼ੀ ਸੰਭਾਲ ਰੱਖ ਲਾਂ, ਜੇ ਉਹਨਾਂ ਨੇ ਕਦੀ ਕੱਖ ਹੋਣਾ ਉਹਨਾਂ ਤਾਂ ਕੁਦਰਤ 1 ਮਿੰਟ 'ਚ ਕਰ ਦਿੰਦੀ ਹੈ, ਹਨਾ। ਹੁਣ ਤੁਸੀਂ ਦੇਖੋ ਕਿ ਬਹੁਤ ਸਾਰੇ ਆਪਾਂ ਕਹਿੰਦੇ ਤਰੱਕੀ ਪਸੰਦ ਦੇਸ਼ ਨੇ ਜਿਹੜੇ ਕਿ ਆਪਣਾ ਫਿਊਚਰ 50 ਸਾਲ ਅੱਗੇ ਤੱਕ ਵੀ ਸੋਚ ਕੇ ਚੱਲਦੇ ਨੇ, ਹਨਾ। ਤਾਂ ਹੁਣ 2 ਮੁਲਕਾਂ 'ਚ ਜੰਗ ਲੱਗੀ, ਕਿੰਨੇ ਲੋਕਾਂ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਇਆ ਹੋਊਗਾ, ਹਨਾ। ਕਿੰਨੇ ਲੋਕਾਂ ਨੇ ਸਾਲ ਦਰ ਸਾਲ ਮਿਹਨਤ ਕੀਤੀ ਤੇ ਕੁਦਰਤ ਨੇ ਉਹਨੂੰ ਮਿੰਟ 'ਚ ਮਿੱਟੀ ਕਰਤਾ ਉਸ ਚੀਜ਼ ਨੂੰ, ਹਨਾ। ਤੇ ਫਿਰ ਉੱਥੇ ਤੁਹਾਡੀ ਪਲੈਨਿੰਗ ਕੀ ਆ? ਤੁਹਾਡੀ ਕੋਈ ਪਲੈਨਿੰਗ ਨਹੀਂ। ਕੁਦਰਤ ਤੁਹਾਡੀ ਕਿਸੇ ਪਲੈਨਿੰਗ ਨੂੰ ਨਹੀਂ ਮਤਲਬ, ਹਨਾ, ਉਹ ਕਰਦੀ ਵੀ ਜੇ ਕੁਦਰਤ ਨੇ ਚਾਹਿਆ ਤਾਂ ਤੁਹਾਡੀ 20 30 40 50 ਸਾਲ ਵਾਲੀ ਵੀ ਪਲੈਨਿੰਗ ਨੂੰ ਉਹ ਖਤਮ ਕਰ ਦਿੰਦੀ ਹੈ 1 ਮਿੰਟ 'ਚ। ਤੇ ਇੱਥੋਂ ਅਸੀਂ ਸਬਕ ਨਹੀਂ ਸਿੱਖਦੇ, ਹਨਾ। ਕੱਲ੍ਹ ਕਿਸੇ ਬੰਦੇ ਨੇ 2 ਸ਼ਹਿਰਾਂ ਦੀ ਤਰਾਸਦੀ ਲਿਖੀ ਹੋਈ ਸੀ ਵੀ ਕਿਵੇਂ ਉਹ ਐਡਾ ਵੱਡਾ ਇੰਜੀਨੀਅਰ ਸੀ, ਜਦੋਂ ਹੀਰੋਸ਼ੀਮਾ ਤੇ ਨਾਗਾਸਾਕੀ 'ਚ ਬੰਬ ਡਿੱਗੇ, ਹਨਾ, ਤੇ ਲੱਖਾਂ ਲੋਕ ਮਤਲਬ ਲਾਸ਼ਾਂ ਬਣ ਗਏ, ਤਾਂ ਕੀ ਉਹਨਾਂ ਲੋਕਾਂ ਦੀਆਂ ਕੋਈ ਪਲੈਨਿੰਗਸ ਨਹੀਂ ਹੋਣਗੀਆਂ ਜ਼ਿੰਦਗੀ ਲਈ, ਹਨਾ। ਤੇ ਮੈਨੂੰ ਲੱਗਦਾ ਕਿ ਇੱਥੋਂ ਸੋਚ ਕੇ ਆਪਾਂ ਇਹ ਨਹੀਂ ਕਹਿੰਦੇ ਕਿ ਆਉਣ ਵਾਲੇ ਸਮੇਂ ਲਈ ਤੁਸੀਂ ਆਪਣੀ ਬਿਮਾਰੀ ਠਮਾਰੀ ਲਈ ਜਾਂ ਤੁਸੀਂ ਆਪਣੇ ਇਹ ਕਿਸੇ ਔਖ ਸੌਖ ਵੇਲੇ ਲਈ ਕੁਛ ਰੱਖੋ ਨਾ, ਪਰ ਜੇ ਤੁਸੀਂ ਇਹੀ ਸੋਚ ਕੇ ਰੱਖੀ ਜਾਂਦੇ ਹੋ ਕਿ ਇਹ ਮੇਰੇ ਬੱਚਿਆਂ ਦੇ ਕੰਮ ਆਊਗਾ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਨਲਾਇਕ ਵੀ ਬਣਾ ਦਾਂਗੇ, ਹਨਾ। ਜਿਵੇਂ ਆਪਾਂ ਕਹਿੰਦੇ ਹਾਂ ਕਿ ਜਦੋਂ ਕਿਸੇ ਕੋਈ ਨਿਆਣਾ ਆਪਦੀ ਮਿਹਨਤ ਦੀ ਕਮਾਈ ਤੋਂ ਬਿਨਾਂ ਕੋਈ ਚੀਜ਼ ਲੈ ਲੈਂਦਾ, ਹਨਾ। ਮੰਨ ਲਓ ਤੁਸੀਂ ਹੋ, ਕੱਲ੍ਹ ਨੂੰ ਆਪਣੇ ਨਿਆਣੇ ਨੂੰ ਉਹਦੇ 10 ਰੁਪਏ ਕਮਾਏ ਬਿਨਾਂ ਵੀ ਕੋਈ ਲੱਖ ਦੀ ਚੀਜ਼ ਲੈ ਦੋਗੇ, ਉਹ ਭਾਵੇਂ ਕੋਈ ਮਸ਼ੀਨਰੀ ਹੋਈ ਆ, ਉਹ ਪਹਿਲੇ ਦਿਨ ਉੱਤੇ ਕੱਪੜਾ ਮਾਰੂ, ਦੂਜੇ ਦਿਨ ਮਾਰ ਲੂ, ਤੀਜੇ ਦਿਨ ਉਹ ਛੱਡ ਦੂਗਾ, ਹਨਾ। ਉਹਨੂੰ ਉਸ ਚੀਜ਼ ਦਾ ਖਿਆਲ ਹੀ ਚਲਿਆ ਜਾਊ। ਤੇ ਉਹੀ ਚੀਜ਼ ਮੰਨ ਲਓ ਆਹ ਫਰਨੀਚਰ ਆ, ਤੁਸੀਂ ਆਪਣੀ ਮਿਹਨਤ ਨਾਲ ਲਿਆ, ਤੁਸੀਂ ਇਹਦੇ 'ਤੇ ਰੋਜ਼ ਕੱਪੜਾ ਮਾਰੋਗੇ, ਤੁਹਾਨੂੰ ਪਤਾ ਇਹਦੀ ਵੈਲਿਊ ਕੀ ਆ, ਹਨਾ। ਤਾਂ ਆਪਾਂ ਜਦੋਂ 30 ਸਾਲ ਦੇ ਹੁੰਦੇ ਹਾਂ ਨਾ, ਮੰਨ ਲਓ 30 ਸਾਲ ਦੇ ਹੋ ਕੇ ਸਾਡਾ ਇੱਕ ਬੱਚਾ ਹੋ ਗਿਆ, ਅਸੀਂ 30 ਸਾਲ ਦੇ ਹੋ ਕੇ ਜਿਉਣਾ ਭੁੱਲ ਜਾਂਦੇ ਹਾਂ। ਸਾਨੂੰ ਲੱਗਦਾ ਸਾਡੀ ਜ਼ਿੰਦਗੀ ਖਤਮ, ਹੁਣ ਇਹਨਾਂ ਦੀ ਸ਼ੁਰੂ ਹੋ ਗਈ, ਹੁਣ ਇਹਨਾਂ ਲਈ ਸਾਰਾ ਕੁਝ ਕਰੀਏ ਨਾ। ਉਹੀ ਸਾਡੀ ਘਲਾੜੀ 'ਚ ਬਾਂਹ ਹੀ ਰਹਿੰਦੀ। ਉਦੋਂ ਹੀ ਅਸੀਂ ਸੋਚ ਲੈਂਦੇ ਹਾਂ ਵੀ ਜੇ ਕਿਸੇ ਤੇ 2 ਮੁੰਡੇ ਹੋ ਗਏ, ਉਹ ਸੋਚ ਲੈਂਦਾ ਮੇਰੇ ਕੋਲ ਹੁਣ 10 ਕਿੱਲੇ ਨੇ ਤਾਂ 5 ਹੋ ਗਏ, ਹੁਣ ਮੈਂ 20 ਬਣਾ ਲਾਂ, ਹਨਾ। ਜੇ ਕਿਸੇ ਦੇ 1 ਮੁੰਡਾ 1 ਕੁੜੀ ਹੋ ਗਿਆ, ਉਹਨੂੰ ਫਿਕਰ ਪੈ ਜਾਂਦਾ ਵੀ ਨਹੀਂ, ਕੁੜੀ ਦੇ ਵਿਆਹ ਤੇ ਇੰਨਾ ਪੈਸਾ ਲੱਗੂ, ਮੈਂ ਹੁਣੇ ਜੋੜਨਾ ਸ਼ੁਰੂ ਕਰ ਲਾਂ, ਹਨਾ। ਹੁਣ ਕਿੰਨੇ ਆਪਣੇ ਬੱਚੇ ਨੇ ਜਿਨ੍ਹਾਂ ਬਾਰੇ ਅੱਜ ਤੋਂ 20 ਸਾਲ ਪਹਿਲਾਂ ਮਾਂ ਪਿਓ ਨੇ ਸੋਚਿਆ ਹੋਊਗਾ ਵੀ ਇਹਨਾਂ ਦਾ ਆਹ ਕਰ ਦਾਂਗੇ, ਇਹਨਾਂ ਦਾ ਆਹ ਕਰ ਦਾਂਗੇ, ਹਨਾ। ਉਹਨਾਂ 'ਚੋਂ ਕਿੰਨੇ ਬੱਚੇ ਨੇ ਜਿਹੜੇ 10,000 ਆਇਲਟਸ ਤੇ ਲਾ ਕੇ ਸਕਸੈਸਫੁਲ ਹੋਏ ਨੇ, ਤੇ ਫਿਰ ਉਹਨਾਂ ਨੇ ਮਾਂ ਪਿਓ ਦੀ ਕੀ ਸਾਰੀ ਜਾਇਦਾਦ ਵਿਕਾ ਕੇ ਕੋਈ 10-15 ਲੱਖ ਲਵਾਇਆ, ਹਨਾ। ਉਹਨਾਂ ਨੇ ਉਹਨਾਂ ਤੋਂ 10-15 ਲੱਖ ਰੁਪਏ ਲੈ ਕੇ ਅੱਜ ਉਸ ਚੀਜ਼ ਨੂੰ ਕਿੰਨਾ ਦੂਣਾ ਬਣਾਤਾ। ਕੀ ਉੱਥੇ ਮਾਂ ਪਿਓ ਨਾਲ ਚੱਲਦੇ ਨੇ, ਹਨਾ। ਹਾਂ, ਤੁਹਾਡੇ ਕੋਲ ਥੋੜਾ ਜਿੰਨਾ ਬੱਚਤ ਹੋਣੀ ਚਾਹੀਦੀ ਹੈ ਵੀ ਤੁਸੀਂ ਨਿਆਣੇ ਨੂੰ ਦੇ ਦੇਵੋ, ਹਨਾ। ਮੰਨ ਲਓ ਮੇਰੇ ਕੋਲ 100 ਰੁਪਈਆ, ਤਾਂ ਮੈਂ ਸੋਚਾਂ ਮੈਂ 25 ਆਪਣੇ ਨਿਆਣੇ ਨੂੰ ਦੇ ਸਕਾਂ, ਪਰ ਜੇ ਮੈਂ ਸੋਚਾਂ ਨਹੀਂ ਸਿਰਫ 100 ਦਾ 100 ਹੀ ਮੇਰਾ ਨਿਆਣੇ ਦਾ, ਹਨਾ, ਤਾਂ ਮੇਰਾ ਬੁਢਾਪਾ ਸੱਚੀ ਬਹੁਤ ਜ਼ਿਆਦਾ ਔਖਾ ਹੋਊਗਾ ਜ਼ਿੰਦਗੀ 'ਚ। ਤੇ ਬਹੁਤ ਸਾਰੇ ਮਾਂ ਪਿਓ ਬਜ਼ੁਰਗ ਨੇ ਨਾ ਜਿਹੜੇ ਉਹ ਇਸੇ ਲਈ ਬੁਢਾਪੇ 'ਚ ਔਖੇ ਨੇ, ਕਿਉਂਕਿ ਉਹਨਾਂ ਨੇ ਤਾਂ ਮਤਲਬ ਇਹ ਸੋਚਿਆ ਹੁੰਦਾ ਵੀ ਜਦੋਂ ਮੈਂ
50 ਸਾਲ ਦਾ ਹੋਇਆ, ਮੈਨੂੰ ਜ਼ਿੰਦਗੀ 'ਚ ਪੈਸੇ ਦੀ ਕੀ ਲੋੜ ਪੈਣੀ ਆ, ਚੱਕ ਕੇ ਸਾਰਾ ਕੁਝ ਜਵਾਕਾਂ ਨੂੰ ਫੜਾ ਦਿਓ, ਹਨਾ। ਫਿਰ ਉਹ ਨਿਆਣੇ ਆਪਦੀਆਂ ਜ਼ਰੂਰਤਾਂ 'ਚ ਇੰਨੇ ਉਲਝ ਜਾਂਦੇ ਆ ਵੀ ਉਹ ਤੁਹਾਨੂੰ ਪੁੱਛਣਾ ਭੁੱਲ ਜਾਂਦੇ ਆ। ਤਾਂ ਉਸ ਤੋਂ ਵਧੀਆ ਨਹੀਂ ਹੈਗਾ ਵੀ ਜੇ ਮੈਂ ਅੱਜ ਕਮਾ ਰਹੀ ਹਾਂ ਤਾਂ ਮੈਂ ਇਹ ਸੋਚਾਂ ਵੀ ਜੇ 100 ਕਮਾ ਰਹੀ ਹਾਂ ਤਾਂ 80 ਮੇਰੇ ਨੇ, ਬਾਕੀ 20 ਜਿਹਨੂੰ ਲੋੜ ਹੋਊ ਮੈਂ ਚੱਕ ਕੇ ਫੜਾ ਦੂੰ, ਹਨਾ। ਨਾਲੇ ਇਹ ਨਾ ਸੱਚੀ ਇਹ ਗੱਲ ਮਤਲਬ ਸੋਨਾ ਨੇ ਸੱਚ ਆ ਵੀ ਪੈਸਾ ਕਿਤੇ ਨਾ ਕਿਤੇ ਤੁਹਾਡੀ ਕਦਰ ਜ਼ਰੂਰ ਕਰਵਾਉਂਦਾ ਹੈ, ਬਿਲਕੁਲ। ਹਨਾ। ਹੁਣ ਜਿਹਦੇ ਕੋਲ 4 ਪੈਸੇ ਹੁੰਦੇ ਨੇ ਘਰ 'ਚ ਜਾਂ ਕੋਈ ਵੱਡਾ ਬੰਦਾ, ਉਹਨੂੰ ਰੋਟੀ ਚੱਜ ਨਾਲ ਮਿਲਦੀ ਆ, ਜਿਹਨੇ ਉਹਦੇ ਹੱਥ 'ਚ ਕੁਝ ਨਹੀਂ ਰੱਖਿਆ ਉਹਨੂੰ ਰੋਟੀ ਵੀ ਨਹੀਂ ਚੱਜ ਨਾਲ ਮਿਲਦੀ। ਇੱਕ ਆਖਰੀ ਗੱਲ ਕਰਕੇ ਆਪਾਂ ਪ੍ਰੋਗਰਾਮ ਸਮਾਪਤ ਕਰਦੇ ਹਾਂ। ਸਾਡੇ ਨਾ ਉੱਥੇ ਆਸਟ੍ਰੇਲੀਆ ਭੈਣ, ਉਹਨਾਂ ਦੇ ਗੁਆਂਢ 'ਚ ਇੱਕ ਗੋਰਾ ਗੋਰੀ ਕਪਲ ਰਹਿੰਦਾ ਆ ਤੇ ਉਹ ਰਿਟਾਇਰਡ ਸੀਗੇ ਤੇ ਉੱਥੇ ਸਾਡੇ ਦੇਖਦਿਆਂ ਨੇ ਨਾ ਉਹਨਾਂ ਨੇ ਉਹ ਘਰ ਮੂਵ ਕਰਨਾ ਸੀਗਾ ਤੇ ਉਹ ਛੱਡ ਕੇ ਕਿਤੇ ਹੋਰ ਚੱਲੇ ਸੀਗੇ। ਹੁਣ ਵੀ ਉਹ ਦੋਨੋਂ ਹਸਬੈਂਡ ਵਾਈਫ ਇਕੱਲੇ ਹੀ ਰਹਿੰਦੇ ਸੀਗੇ। ਤਾਂ ਮੇਰੇ ਭਾਜੀ ਉਹਨਾਂ ਨੂੰ ਪੁੱਛਣ ਲੱਗ ਗਏ ਵੀ ਤੁਸੀਂ ਮੂਵ ਕਰ ਰਹੇ ਹੋ? ਕਹਿੰਦੇ ਹਾਂ, ਅਸੀਂ ਆਪਦੀ ਮਤਲਬ ਜੋ ਸਾਡੇ ਰਿਟਾਇਰਮੈਂਟ ਦੇ ਪੈਸੇ ਸੀਗੇ ਅਸੀਂ ਉਹਨਾਂ ਦੇ ਨਾਲ ਆਪਦੇ ਲਈ ਇੱਕ ਮਤਲਬ ਉੱਧਰ ਆਪਾਂ ਕਹਿ ਦਿੰਦੇ ਉਹਨੂੰ ਕੰਟਰੀ ਸਾਈਡ, ਜਿਵੇਂ ਆਪਾਂ ਕੱਲ੍ਹ ਨੂੰ ਵੀ ਖੇਤਾਂ ਵੱਲ ਚਲੇ ਗਏ ਜਦੋਂ ਵੀ ਕੰਟਰੀ ਸਾਈਡ ਅਸੀਂ ਆਪਦੇ ਲਈ ਘਰ ਬਣਾਇਆ ਵਾ, ਹਨਾ। ਹਾਲਾਂਕਿ ਉਹ ਘਰ ਵੀ ਉਹਨਾਂ ਦਾ ਸੀ। ਕਹਿੰਦੇ ਹੁਣ ਅਸੀਂ ਉੱਥੇ ਰਹਿਣਾ ਚਾਹੁੰਦੇ ਹਾਂ। ਤੁਸੀਂ ਗਿਣ ਕੇ ਮੈਨੂੰ ਦੱਸ ਦਿਓ ਵੀ ਕਿੰਨੇ ਆਪਣੇ ਘਰਾਂ 'ਚ ਉਹ ਜੀ ਨੇ ਜਾਂ ਕਿੰਨੇ ਉਹ ਲੋਕ ਨੇ ਜਿਹੜੇ ਕਿ ਆਪਦੀ ਰਿਟਾਇਰਮੈਂਟ ਦੇ ਪੈਸਿਆਂ ਦਾ ਇਹ ਸੋਚਦੇ ਹੋਣਗੇ ਵੀ ਮੈਂ ਆਪਣੇ ਲਈ ਵੀ ਮੈਂ ਇਹਦੇ ਲਈ ਮੈਂ ਕੁਝ ਆਪਦਾ ਬਣਾ ਲਾਂ ਜਾਂ ਇਹਦੇ ਨਾਲ ਮੈਂ ਆਪਦੇ ਪੈਸਿਆਂ ਨਾਲ ਕਿਤੇ ਘੁੰਮਣ ਚਲ ਜਾਂ ਮੈਂ ਆਪਦੇ ਲਈ ਕੋਈ ਚੀਜ਼ ਖਰੀਦ ਲਾਂ, ਹਨਾ। ਨਹੀਂ, ਉਹਨਾਂ ਨੂੰ ਇਹ ਹੁੰਦਾ ਵਾ ਵੀ ਰਿਟਾਇਰਮੈਂਟ ਦੇ ਪੈਸੇ ਆ ਗਏ, ਚਲੋ ਹੁਣ ਕਿਸੇ ਨਾ ਕਿਸੇ ਨਿਆਣੇ ਦਾ ਵਿਆਹ ਕਰ ਦਿਓ, ਹਾਂ, ਉਹਦਾ ਬਿਜ਼ਨਸ ਸੈੱਟ ਕਰ ਦਿਓ, ਹਨਾ, ਜਾਂ ਕਿਸੇ ਨਿਆਣੇ ਦੇ ਬਿਜ਼ਨਸ ਤੇ ਲਾ ਦਿਓ, ਹਨਾ। ਸੋ ਮੈਨੂੰ ਲੱਗਦਾ ਹੁੰਦਾ ਜਿਵੇਂ ਨਵਦੀਪ ਬਰਾੜ ਹੋਰਾਂ ਦੇ ਨਾਲ ਆਪਾਂ ਇੰਟਰਵਿਊ ਕੀਤੀ ਸੀਗੀ ਤੇ ਟਰੈਵਲਰ ਨੇ ਉਹ ਕਹਿੰਦੇ ਨੇ ਕਿ ਵੀ ਆਪਣੀ ਕੰਟਰੀ ਦੀ GDP ਥੱਲੇ ਕਿਉਂ ਚਲੇ ਜਾਂਦੀ ਹੈ? ਕਿਉਂਕਿ ਆਪਣੇ ਲੋਕ ਪੈਸਾ ਕਮਾ ਕੇ ਸਾਂਭਣ 'ਚ ਯਕੀਨ ਕਰਦੇ ਨੇ, ਆਪਣੇ ਲੋਕ ਪੈਸਾ ਖਰਚਦੇ ਨਹੀਂ ਹੈਗੇ, ਹਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਜਿੰਨਾ ਕੁ ਤੁਸੀਂ ਕਮਾ ਰਹੇ ਹੋ, ਅੱਜ ਤੁਹਾਡੇ ਲਈ ਦਿਨ ਚੜ੍ਹਿਆ, ਤੁਸੀਂ ਕਮਾ ਰਹੇ ਹੋ ਤਾਂ ਇਸ ਕਮਾਈ ਦਾ ਫਾਇਦਾ ਵੀ ਤੁਸੀਂ ਲਓ। ਗਾਂ ਵਾਲੀ ਪੀੜ੍ਹੀ ਨੂੰ ਪਤਾ ਨਹੀਂ ਉਹਦੀ ਜ਼ਰੂਰਤ ਹੋਣੀ ਆ, ਪਤਾ ਨਹੀਂ ਹੋਣੀ, ਉਹਨਾਂ ਨੇ ਸਾਂਭਣਾ ਖੌਰੇ ਨਹੀਂ ਸਾਂਭਣਾ, ਹਨਾ। ਸੋ ਤੁਹਾਡੇ ਕੋਲ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਤੁਹਾਡੇ ਕੋਲ ਜੋ ਸੱਚ ਆ ਉਹ ਅੱਜ ਦਾ ਹੀ ਆ, ਹਨਾ। ਸੋ ਅੱਜ ਤੁਸੀਂ ਜਿਉਂਦੇ ਹੋ ਤਾਂ ਮੈਨੂੰ ਲੱਗਦਾ ਕਿ ਅੱਜ ਤੁਹਾਨੂੰ ਆਪਦੇ ਆਪ ਲਈ ਹੀ ਜਿਉਣਾ ਚਾਹੀਦਾ ਆ, ਹਨਾ। ਔਰ ਸਭ ਤੋਂ ਵੱਡੀ ਗੱਲ, ਮਾਂ ਪਿਓ ਹੋ ਜਾਣਾ ਮਰ ਜਾਣਾ ਨਹੀਂ ਹੁੰਦਾ, ਹਨਾ। ਤੁਸੀਂ ਆਪਣੀ ਜ਼ਿੰਦਗੀ 'ਚ ਆਏ ਹੋ, ਮਤਲਬ 100% ਨਹੀਂ ਤਾਂ ਉਹਨੂੰ 80% ਤਾਂ ਇਹ ਸੋਚੋ ਵੀ ਮੈਂ ਜਿਉਂ ਕੇ ਗਿਆ, ਹਨਾ। ਤਾਂ ਉਹ ਜਿਉਣਾ ਇਸੇ ਲਈ ਆ ਵੀ ਇੰਨਾ ਜ਼ਿਆਦਾ ਲੰਮਾ ਰੱਸਾ ਨਾ ਪਾ ਕੇ ਰੱਖੋ ਵੀ ਸਾਰੀ ਉਮਰ ਸਭ ਕੁਝ ਤੁਹਾਡੇ ਤੇ ਡਿਪੈਂਡ ਕਰਦਾ। ਸੋ ਅੱਜ ਦੇ ਪ੍ਰੋਗਰਾਮ ਗੱਲ ਤੇ ਗੱਲ ਵਿੱਚ ਇੰਨਾ ਹੀ। ਮੈਨੂੰ ਗੁਰਦੀਪ ਗਰੇਵਾਲ ਨੂੰ ਤੇ ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਐਪੀਸੋਡ ਤੋਂ ਬਾਅਦ ਤੁਸੀਂ ਵੀ ਥੋੜ੍ਹਾ ਜਿਹਾ ਇਹ ਸੋਚੋਗੇ ਕਿ ਜ਼ਿੰਦਗੀ 'ਚ ਅਸੀਂ ਆਪਦੇ ਜਿਉਣ ਲਈ ਆਏ ਹਾਂ। ਬੱਚੇ ਆਪਦਾ ਨਸੀਬ ਲਿਖਾ ਕੇ ਲੈ ਕੇ ਆਏ ਨੇ, ਉਹ ਆਪਦੇ ਕਰਮ ਆਪ ਲੈ ਕੇ ਆਏ ਨੇ ਕਿ ਜੋ ਉਹਨਾਂ ਦੀ ਕਰਮਾਂ 'ਚ ਹੋਊਗਾ ਜਾਂ ਕਿਸਮਤ 'ਚ ਹੋਊਗਾ ਉਹ ਉਹਨਾਂ ਨੂੰ ਜ਼ਰੂਰ ਮਿਲ ਹੀ ਜਾਣਾ। ਤੁਹਾਡੇ ਸੋਚਣ ਜਾਂ ਨਾ ਸੋਚਣ ਦੇ ਨਾਲ ਕੁਛ ਨਹੀਂ ਹੋਣ ਲੱਗਿਆ। ਸੋ ਇਜਾਜ਼ਤ ਚਾਹੁੰਦੇ ਹਾਂ ਅੱਜ ਦੇ ਪ੍ਰੋਗਰਾਮ 'ਚੋਂ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।